ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੋਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ ਏਕ ਮਨ ਏਕ ਚਿਤ ਭਾਏ ਹਰਿ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ ਏਕ ਮਨ ਏਕ ਚਿਤ ਭਾਏ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੇ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਨੇ। ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ, ਗੁਰੂ ਕੀ ਸੰਗਤ, ਨਿਤਨੇਮ ਬਾਣੀਆਂ ਦੇ ਜਾਪ ਸੁਣ ਕਰਕੇ ਬੇਅੰਤ ਲਾਹਾ ਪ੍ਰਾਪਤ ਕੀਤਾ ਹੈ। ਮਹਾਰਾਜ ਜੀਆਂ ਦੇ ਬਚਨ ਹਨ, ਮਨਸਾ ਧਾਰ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ। ਜੋ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਦੇ ਨਾਲ ਗਰੀਬ ਨਵਾਜ਼ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਜੋ ਵੀ ਮਨੋਰਥ ਲੈ ਕਰਕੇ, ਜੋ ਵੀ ਇੱਛਾ ਲੈ ਕਰਕੇ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਉਸ ਗੁਰੂ ਕੇ ਪਿਆਰੇ ਦੀ ਇੱਛਾ ਨੂੰ ਸੰਪੂਰਨ ਕਰ ਦਿੰਦੇ ਨੇ, ਪੂਰਨ ਕਰ ਦਿੰਦੇ ਨੇ। ਫਿਰ ਮਹਾਰਾਜ ਸਾਹਿਬ ਕਹਿੰਦੇ, ਜੋ ਵਾਹਿਗੁਰੂ ਦੀ ਵਡਿਆਈ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੀ ਵਡਿਆਈ ਕਰਾਉਂਦੇ ਨੇ।
हर के दास हर ध्याय दे, कर प्रीतम स्यो नेहो। कृपा करके सुनो प्रभ, सब जग में वरसै मेहो। मेहो ਜਿਹੜੇ ਰੱਬ ਦੇ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬੜਾ ਉਹਨਾਂ ਦਾ ਪ੍ਰੇਮ ਪੈ ਜਾਂਦਾ ਹੈ। ਐਸੀ ਬਖਸ਼ਿਸ਼ ਹੁੰਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਹੀ ਕਿਰਪਾ ਰੂਪੀ ਬਖਸ਼ਿਸ਼ ਰੂਪੀ ਮੀਂਹ ਹੀ ਸਾਰੇ ਸੰਸਾਰ 'ਤੇ ਪੈ ਰਿਹਾ ਹੈ। ਜਿਵੇਂ ਪ੍ਰਤੱਖ ਮੀਂਹ ਪੈਂਦਾ ਹੈ, ਬਨਸਪਤੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ, ਇਸੇ ਤਰ੍ਹਾਂ ਨਾਮ ਰੂਪੀ ਵਰਖਾ ਨੂੰ ਪੈਣ ਕਰਕੇ ਨਾਮ ਨੂੰ ਜਪਣ ਵਾਲੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਵਿਕਾਸ ਆ ਜਾਂਦਾ ਹੈ। ਰਹੋ ਵਿਚਾਰ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਸਾਡੇ ਤੇ ਕਿਰਪਾ ਕਰ ਰਹੇ ਨੇ। ਆਓ ਪਿਆਰ ਦੇ ਨਾਲ ਸ਼੍ਰੀ ਮੁਖਵਾਕ ਦੀ ਕਥਾ ਨੂੰ ਸੁਣਨਾ ਕਰੀਏ, ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗਰੀਬ ਨਵਾਜ ਸੋਠ ਦੀ ਵਾਰ ਅੰਦਰ ਬਖਸ਼ਿਸ਼ ਕਰਦੇ ਨੇ। ਤੀਸਰੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਸ਼ਲੋਕ ਹੈ, ਜਿੱਥੇ ਗਰੀਬ ਨਵਾਜ ਨੇ ਸ਼ਲੋਕ ਦੇ ਅੰਦਰ ਇਸ ਮਨ ਨੂੰ ਸਮਝਾਇਆ ਹੈ, ਜੀਵ ਨੂੰ ਸਮਝਾਇਆ ਹੈ ਕਿ ਭਾਈ ਮਨ ਨੂੰ ਇਕਾਗਰ ਕਰਕੇ, ਮਨ ਨੂੰ ਸ਼ਾਂਤ ਕਰਕੇ ਉਸ ਨਿਰੰਕਾਰ ਵਾਹਿਗੁਰੂ ਜੀ ਦੇ ਨਾਮ ਨੂੰ ਰੱਦ ਨਾ ਕਰ। ਕਿਉਂਕਿ ਮਨ ਨੂੰ ਸ਼ਾਂਤ ਕਰਨਾ, ਮਨ ਨੂੰ ਕਾਬੂ ਕਰਨਾ ਬੜਾ ਔਖਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਚੰਚਲ ਹੈ ਨਾ, ਜਾਂ ਚੰਚਲਤਾਈ ਦੇ ਵਿੱਚ ਹੈ, ਉਹ ਕਦੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦੇ, ਕਦੇ ਵੀ ਨਿਰੰਕਾਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿੰਨਾ ਚਿਰ ਮਨ ਸ਼ਾਂਤ ਨਹੀਂ। ਇੱਕ ਵਿਦਵਾਨ ਦੇ ਬੜੇ ਸੁੰਦਰ ਬੋਲ ਨੇ, ਉਹ ਲਿਖਦਾ ਹੈ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਚਾਰ ਕੁੰਟ ਦਹਿਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਧੇਨ ਦੁਧੈ ਤੇ ਬਾਹਰੀ, ਕਿਤੈ ਨ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਹ ਨ ਮਿਲੀਏ ਸਾਜਨੇ, ਕਤ ਪਾਈਐ ਵਿਸ਼ਰਾਮ। ਮਹਾਰਾਜ ਕਹਿੰਦੇ ਜੀਵ ਗੁਰੂ ਤੋਂ ਬਿਨਾਂ 10 ਦਿਸ਼ਾ ਦੇ ਵਿੱਚ ਭਟਕ ਕਰਕੇ ਆ ਗਿਆ ਹੈ। ਫਿਰ ਮਹਾਰਾਜ ਜੀ ਨੇ ਇੱਕ ਉਦਾਹਰਨ ਵੀ ਦਿੱਤੀ ਹੈ ਕਿ ਜੇ ਮੀਂਹ ਨਾ ਪਵੇ ਤੇ ਬਨਸਪਤੀ ਕੁਮਲਾ ਜਾਂਦੀ ਹੈ। ਜੇ ਮੀਂਹ ਨਾ ਪਵੇ ਤੇ ਖੇਤੀ ਜਿਹੜੀ ਹੈ ਉਹ ਵੀ ਨਹੀਂ ਹੁੰਦੀ। ਉਪਜੈ ਨਾਹੀ ਦਾਮ, ਦਾਮ ਨਾਮ ਹੈ ਦਮੜਿਆਂ ਦਾ, ਦਮੜੇ ਪੈਦਾ ਨਹੀਂ ਹੁੰਦੇ। ਤੇ ਗਰੀਬ ਨਵਾਜ ਜੀ ਦੀ ਪਹਿਲੀ ਉਦਾਹਰਨ ਹੈ ਕਿ ਜੇ ਘਰ ਦੇ ਵਿੱਚ ਗਊ ਹੈ ਨਾ, ਉਹ ਦੁੱਧ ਨਹੀਂ ਦਿੰਦੀ ਤੇ ਕਿਸੇ ਕਾਜ ਵਿੱਚ ਨਹੀਂ, ਲੇਖੇ ਵਿੱਚ ਨਹੀਂ ਹੈ। ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ। ਜਿੰਨਾ ਚਿਰ ਨਾਮ ਹੈ ਪਤੀ ਦਾ, ਪਰਮੇਸ਼ਰ ਦਾ, ਉਸ ਦੀ ਪ੍ਰਾਪਤੀ ਨਾ ਹੋਵੇ ਤੇ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ, ਟਿਕਾ ਨਹੀਂ ਮਿਲਦਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਇਹ ਸਮਝਾ ਰਹੇ ਨੇ ਕਿ ਭਾਈ ਪਹਿਲਾਂ ਮਨ ਨੂੰ ਸ਼ਾਂਤ ਕਰ, ਮਨ ਨੂੰ ਇਕਾਗਰ ਕਰ। ਇਕਾਗਰ ਕਰਕੇ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰ, ਜਿਹਨੂੰ ਸਾਰੇ ਧਿਆਉਂਦੇ ਨੇ। ਸਭ ਧਿਆਵਹਿ, ਸਭ ਧਿਆਵਹਿ ਤੁਧ ਜੀ, ਸੱਚੇ ਸਿਰਜਨ ਹਾਰਾ। ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਉਹ ਸੱਚਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਹਨੂੰ ਸਾਰੇ ਜੀਵ ਜੰਤੂ ਜਿਹੜੇ ਨੇ ਅਰਾਧੇ ਪਏ ਨੇ, ਧਿਆਉਂਦੇ ਪਏ ਨੇ।
ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸਾਰੇ ਜੀਵ ਨਾਮ ਉਹਦੇ ਨੂੰ ਧਿਆਉਂਦੇ ਨੇ। ਫਿਰ ਕੁੱਲ ਜਹਾਨ ਦਾ, ਕੁੱਲ ਕਾਇਨਾਤ ਦਾ, ਖੰਡਾਂ ਬ੍ਰਹਿਮੰਡਾਂ ਦਾ ਉਹ ਦਾਤਾ ਹੈ। ਭਾਵੇਂ ਮਨੁੱਖ ਹੈ, ਭਾਵੇਂ ਪਸ਼ੂ ਹੈ, ਪੰਛੀ ਹੈ, ਜਾਨਵਰ ਹੈ, ਸਾਰਿਆਂ ਨੂੰ ਆਹਾਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੇ ਰਹੇ ਹਨ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਸੋ ਹਰਿ ਜਨ ਨਾਮ ਧਿਆਇਦਾ, ਹਰ ਹਰ ਜਨ ਇੱਕ ਸਮਾਨ। ਜਿਹੜੇ ਇਕਾਗਰ ਮਨ ਹੋ ਕਰਕੇ ਇੱਕ ਵਾਹਿਗੁਰੂ ਜੀ ਨੂੰ ਆਰਾਧਦੇ ਨੇ, ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਨੇ, ਨਾਮ ਨੂੰ ਧਿਆਉਂਦਿਆਂ ਧਿਆਉਂਦਿਆਂ ਉਹ ਵਾਹਿਗੁਰੂ ਜੀ ਦੇ ਹੀ ਰੂਪ ਹੋ ਜਾਂਦੇ ਨੇ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹਉ ਕੁਰਬੈਣੀ। ਗਰੀਬ ਨਵਾਜ ਕਹਿੰਦੇ, ਜੋ ਵੀ ਗੁਰਸਿੱਖ ਮਾਈ ਭਾਈ ਪਈ ਰਾਤ ਨੂੰ ਵੀ ਜਪਦਾ ਹੈ, ਦਿਨੇ ਵੀ ਜਪਦਾ ਹੈ, ਤਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਜਿਹਦੀ ਐਸੀ ਅਵਸਥਾ ਬਣ ਗਈ ਹੈ, ਹਉ ਤਿਨ ਹਉ ਕੁਰਬੈਣੀ। ਮਹਾਰਾਜ ਕਹਿੰਦੇ, ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਉਹ ਤੇ ਆਖਦੇ ਨੇ, ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਇਹ ਨਿਰੰਕਾਰ ਜੀ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ। ਐਸੀ ਕਿਰਪਾ ਕਰ ਦਿਓ, ਜਦੋਂ ਵੀ ਜੀਭਾਂ ਤੋਂ ਬੋਲੀਏ ਤੁਹਾਡੇ ਨਾਮ ਨੂੰ ਹੀ ਬੋਲੀਏ। ਜਦੋਂ ਕੰਨਾਂ ਦੇ ਵਿੱਚ ਕੋਈ ਆਵਾਜ਼ ਸੁਣੀਏ, ਤੁਹਾਡੇ ਨਾਮ ਦੀ ਆਵਾਜ਼ ਸੁਣੀਏ। ਅੱਖਾਂ ਦੇ ਨਾਲ ਜੋ ਦੀਦਾਰ ਕਰੀਏ, ਵੇਖੀਏ, ਤੁਹਾਡੇ ਦਰਸ਼ਨ ਹੀ ਵਿਖਣ। ਜਿਵੇਂ ਭਾਈ ਕਨ੍ਹਈਆ ਨੂੰ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਹੁੰਦੇ ਸਨ। ਭਾਈ ਨੰਦ ਲਾਲ ਦੀ ਕਲਮ ਨੂੰ ਪੜ੍ਹੀਏ, ਬਹੁਤ ਵੱਡੇ ਵਿਦਵਾਨ ਸਨ, ਮਨ ਬੜਾ ਇਕਾਗਰ ਹੈ। ਜਿੱਥੇ ਉਹ ਮਹਾਨ ਵਿਦਵਾਨ ਸਨ, ਉੱਥੇ ਉਹ ਮਹਾਨ ਗੁਰਸਿੱਖ ਸਨ, ਸੇਵਾ ਦੇ ਸੋਮੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਨੰਦ ਲਾਲ ਦੀ ਪਰਖ ਲਈ ਹੈ। ਬਹੁਤ ਉੱਠੇ ਨੇ ਤੇ ਭਾਈ ਨੰਦ ਲਾਲ ਸਾਹਿਬ ਨੂੰ ਕਹਿਣ ਲੱਗੇ, ਤੇਰੇ ਤੇ ਸਾਡੀ ਬਹੁਤ ਖੁਸ਼ੀ ਹੈ, ਕੁਝ ਦਾਤ ਮੰਗ। ਭਾਈ ਨੰਦ ਲਾਲ ਕੁਝ ਬੋਲੇ ਨਹੀਂ। ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਕਿਹਾ ਹੈ। ਭਾਈ ਨੰਦ ਲਾਲ ਕੁਝ ਬੋਲੇ ਨਹੀਂ। ਤੀਸਰੀ ਵਾਰ ਕਹਿਣ ਤੇ ਭਾਈ ਨੰਦ ਲਾਲ ਨੇ ਹੱਥ ਜੁੜ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਮੇਰੇ ਤੇ ਤੁੱਠੇ ਹੋ ਨਾ, ਕੀ ਦਾਤ ਮੰਗੀ? ਜੇ ਮੇਰੇ ਤੇ ਤੁੱਠੇ ਹੋ ਤੇ ਕਿਰਪਾ ਕਰਕੇ ਐਸੀ ਦਾਤ ਬਖਸ਼ਿਸ਼ ਕਰੋ, ਜਿਨ੍ਹਾਂ ਗਲੀਆਂ ਦੇ ਵਿੱਚੋਂ ਤੁਹਾਡੀ ਸੰਗਤ ਲੰਘ ਕੇ ਆਉਂਦੀ, ਉਹਨਾਂ ਦੀ ਚਰਨਾਂ ਦੀ ਧੂੜੀ ਮੈਨੂੰ ਬਖਸ਼ ਦਿਓ। ਇਹ ਦਾਤ ਭਾਈ ਸਾਹਿਬ ਭਾਈ ਨੰਦ ਲਾਲ ਨੇ ਮੰਗੀ ਹੈ। ਕਿਉਂਕਿ ਸਿੱਖ ਧਰਮ ਦੇ ਅੰਦਰ ਚਰਨ ਧੂੜੀ ਦਾ ਬਹੁਤ ਵੱਡਾ ਮਹਾਤਮ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛੀਏ, ਮਹਾਰਾਜ ਕਹਿੰਦੇ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੀ ਤੂਰੇ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛੀਏ, ਭਾਈ ਗੁਰਦਾਸ ਕਹਿੰਦੇ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਜਿੱਥੇ ਗੁਰੂ ਕੀ ਸੰਗਤ ਪਾਈ ਬੈਠਦੀ ਹੈ, ਦਰੀਆਂ ਦੇ ਉੱਪਰ, ਮੈਟਾਂ ਦੇ ਉੱਪਰ, ਉਹਨਾਂ ਨੂੰ ਝਾੜ, ਉਹ ਚਰਨ ਧੂੜ ਤੇਰੇ ਤੇ ਪਵੇਗੀ, ਤੇਰੀ ਜ਼ਿੰਦਗੀ ਦੇ ਅੰਦਰ ਤਬਦੀਲੀ ਆ ਜਾਵੇਗੀ, ਪਾਪ ਤੇਰੇ ਖਤਮ ਹੋ ਜਾਣਗੇ। ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਖਾਕ, ਚਰਨ ਕਹਿੰਦੇ ਹੱਡੀਆਂ ਤੇ ਲੱਗਦੇ ਨੇ ਤੇ ਮੁਰਦਿਆਂ ਦੀ ਕਲਿਆਣ ਮਿਲਦੀ ਹੈ।
ਜਿਸ ਵਕਤ ਖਡੂਰ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭੇਜਿਆ ਹੈ, ਜਿੱਥੇ ਗਰੀਬ ਨਵਾਜ਼ ਦੇ ਚਰਨ ਪਏ। ਕਿਉਂਕਿ ਪਹਿਲਾਂ ਸਮਿਆਂ ਅੰਦਰ ਇਸਲਾਮ ਧਰਮ ਦਾ ਬਹੁਤ ਬੋਲਬਾਲਾ ਸੀ। ਇਸਲਾਮ ਧਰਮ ਦੇ ਵੀਰ ਜਿਹੜੇ ਨੇ ਕਬਰਾਂ ਦੇ ਅੰਦਰ ਮੁਰਦੇ ਨੂੰ ਦਫਨਾਉਂਦੇ ਨੇ। ਬਹੁਤ ਪ੍ਰੇਤਾਂ ਦਾ ਵਾਸ ਸੀ। ਮਹਾਰਾਜ ਜੀ ਨੇ ਸਾਰਿਆਂ ਦੀ ਕਲਿਆਣ ਕੀਤੀ। ਫਿਰ ਭਾਈ ਗੁਰਦਾਸ ਇਹ ਵੀ ਲਿਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ। ਤੇ ਗਰੀਬ ਨਵਾਜ਼ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਾਈ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਪਹਿਲਾਂ ਭਾਈ ਇੱਕ ਮਨ ਹੋਣਾ ਕਰ। ਮਨ ਦੇ ਅੰਦਰ ਜਿੰਨੇ ਵੀ ਸੰਕਲਪ ਨੇ, ਵਿਕਲਪ ਨੇ, ਫੁਰਨੇ ਨੇ, ਵਕਾਰ ਨੇ, ਉਹਨਾਂ ਨੂੰ ਖਤਮ ਕਰ। ਜਿਸ ਵਕਤ ਤੇਰਾ ਮਨ ਇਕਾਂਤ ਹੋ ਗਿਆ, ਸ਼ਾਂਤ ਹੋ ਗਿਆ, ਉਦੋਂ ਫਿਰ ਵਾਹਿਗੁਰੂ ਜੀ ਦੇ ਨਾਮ ਨੂੰ ਆਰਾਧੀ। ਫਿਰ ਤੇਰੀ ਐਸੀ ਅਵਸਥਾ ਬਣ ਜਾਵੇਗੀ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਮਨ ਵੀ ਵਸੀਕਾਰ ਹੋ ਜਾਂਦਾ ਹੈ। ਨਹੀਂ ਤੇ ਇਸ ਮਨ ਨੂੰ ਵਸੀਕਾਰ ਕਰਨ ਵਾਸਤੇ ਵੱਡੇ ਵੱਡੇ ਰਾਜਿਆਂ ਨੇ ਗਲਾਂ ਦੇ ਵਿੱਚ ਝੂਲੀਆਂ ਪਾਲੀਆਂ, ਕੰਨਾਂ ਨੂੰ ਪੜਵਾ ਲੈਣਾ ਕੀਤਾ, ਘਰ-ਬਾਰ ਤਿਆਗ ਦਿੱਤੇ। ਤੇ ਗਰੀਬ ਨਵਾਜ਼ ਕਹਿੰਦੇ ਕੀ ਹੋ ਗਿਆ? ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਦੁਨੀਆ ਦਾ ਸੰਗ ਛੱਡ ਦਿੱਤਾ, ਬਈਆਬਾਨ ਉਜਾੜ ਦੇ ਵਿੱਚ ਰਹਿਣ ਲੱਗ ਪਿਆ। ਕਿ ਤੇਰਾ ਜੀਵਨ ਸਫਲ ਹੈ? ਮਹਾਰਾਜ ਕਹਿੰਦੇ ਨਹੀਂ। ਗਰੀਬ ਨਵਾਜ਼ ਕਹਿੰਦੇ, ਅਜਹੂ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਗ੍ਰਹਿਓ ਤਜ ਬਨ ਖਣ ਛਾਈਐ ਚੁਣ ਖਾਈਐ ਕੰਧਾ। ਘਰ ਛੱਡਤਾ, ਬਈਆਬਾਨ ਉਜਾੜ ਜੰਗਲ ਦੇ ਵਿੱਚ ਰਹਿ ਰਿਹਾ ਹੈ, ਪੱਤਿਆਂ ਨੂੰ ਖਾ ਰਿਹਾ ਹੈ, ਪਰ ਮਨ ਦੇ ਵਿੱਚੋਂ ਵਕਾਰ ਤੇ ਨਹੀਂ ਨਾ ਮਰੇ। ਮਨ ਦੇ ਵਿੱਚੋਂ ਜਿਹੜੇ ਸੰਕਲਪ ਸਨ, ਵਿਕਲਪ ਸਨ, ਉਹ ਤੇ ਨਾ ਖਤਮ ਹੋਏ, ਫੁਰਨੇ ਤਾਂ ਨਹੀਂ ਖਤਮ ਹੋਏ। ਇਸ ਕਰਕੇ ਗਰੀਬ ਨਵਾਜ਼ ਕਹਿੰਦੇ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ, ਤੂੰ ਘਰ ਦੇ ਵਿੱਚ ਰਹਿ, ਬੱਚਿਆਂ ਦੇ ਵਿੱਚ ਰਹਿ, ਦਸਾਂ ਨੋਹਾਂ ਦੀ ਕਿਰਤ ਕਰ। ਉਸ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਵਡਿਆਈ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਭਾਈ ਗੁਰਦਾਸ ਕਹਿੰਦੇ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਯੋਗੀਆਂ ਨੇ ਗ੍ਰਸਤੀ ਨੂੰ ਬੜਾ ਮਾੜਾ ਕਿਹਾ ਹੈ, ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਤੁਸੀਂ ਉਹਨਾਂ ਹੀ ਗ੍ਰਸਤੀਆਂ ਦੇ ਘਰਾਂ ਦੇ ਵਿੱਚੋਂ ਭੀਖ ਲੈਣ ਵਾਸਤੇ ਜਾਂਦੇ ਹੋ, ਭਿਖਿਆ ਲੈਣ ਵਾਸਤੇ। ਤੁਹਾਡੇ ਦੇ ਨਾਲੋਂ ਤੇ ਬਹੁਤ ਗੁਣਾ ਉਹ ਚੰਗੇ ਨੇ। ਗਰੀਬ ਨਵਾਜ਼ ਨੇ ਬਾਣੀ ਦੇ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਨੇ। ਸਿੱਖ ਧਰਮ ਦੇ ਅੰਦਰ ਵੀ ਬਹੁਤ ਬੜੀਆਂ ਸੁੰਦਰ ਜਿਹੜੀਆਂ ਇਤਿਹਾਸਕ ਕਥਾ ਗਰੀਬ ਨਵਾਜ਼ ਜੀ ਨੇ ਸਾਨੂੰ ਦਰਸਾਈਆਂ ਨੇ। ਤੇ ਗਰੀਬ ਨਵਾਜ਼ ਕਹਿੰਦੇ, ਭਾਈ ਇਹ ਮਨ ਹਰ ਜੀ ਧਿਆਏ ਤੂੰ, ਇਹ ਨਾਮ ਇਸ ਦਾ ਹੈ। ਮਨ ਨਾਮ ਮੰਨਦਾ ਹੈ, ਮਨ ਨਾਮ ਜੀਵਦਾ ਵੀ ਹੁੰਦਾ ਹੈ। ਪਰ ਇੱਥੇ ਮਹਾਰਾਜ ਇਸ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹਰ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰ। ਕਿਵੇਂ ਧਿਆਉਣਾ? ਇੱਕ ਮਨ ਇੱਕ ਚਿੱਤ ਪਾਏ। ਤੇ ਮਹਾਰਾਜ ਕਹਿੰਦੇ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਧਿਆਇਆ। ਸੰਸਾਰ ਤੇ ਆਉਣਾ ਭਾਈ ਉਹਨਾਂ ਦਾ ਸਫਲ ਹੋਇਆ ਜਿਨ੍ਹਾਂ ਨੇ ਇੱਕ ਮਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਮੁਖ ਭਨੀਐ। ਜਿਹੜੇ ਆਪਣੇ ਜੀਭਾ ਦੇ ਨਾਲ ਪਰਮਾਤਮਾ ਦੀ ਵਡਿਆਈ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ।
ਭਾਈ ਗੁਰਦਾਸ ਕਹਿੰਦੇ ਜਿੰਨਾ ਚਿਰ ਭਾਈ ਤੂੰ ਗੁਰੂ ਕੀ ਸੰਗਤ ਵਿੱਚ ਨਹੀਂ ਆਵੇਂਗਾ, ਨਾਮ ਨਹੀਂ ਜਪੇਗਾ, ਉਨਾ ਚਿਰ ਤੇਰਾ ਮਨ ਸ਼ਾਂਤ ਨਹੀਂ, ਉਨਾ ਚਿਰ ਤੇਰਾ ਜੀਵਨ ਸਫਲ ਨਹੀਂ। ਭਾਈ ਗੁਰਦਾਸ ਦੀ ਪਹਿਲੀ ਉਦਾਹਰਨ ਹੈ ਕਿ ਜਿਵੇਂ ਪਾਣੀ ਹੈ ਤੇ ਬੜੇ ਕੱਪੜੇ ਪਏ ਨੇ, ਕੱਪੜੇ ਜਿਹੜੇ ਨੇ ਪਾਣੀ ਤੋਂ ਬਿਨਾਂ ਸਾਫ਼ ਨਹੀਂ ਹੋਣਗੇ। ਜੇ ਕੱਪੜਿਆਂ ਵਿੱਚ ਸਰਫ ਪਾਈਏ, ਸਾਬਣ ਲਾਈਏ, ਪਰ ਪਾਣੀ ਦੀ ਲੋੜ ਤੇ ਪੈਣੀ ਹੈ। ਭਾਈ ਸਾਹਿਬ ਜੀ ਦੀ ਦੂਸਰੀ ਉਦਾਹਰਨ ਕਿ ਸਿਰ ਦੇ ਕੇਸ ਨੇ, ਜੇ ਕੇਸਾਂ ਦਾ ਇਸ਼ਨਾਨ ਕੀਤਾ ਹੈ, ਜੇ ਉਹਦੇ ਵਿੱਚ ਤੇਲ ਨਾ ਲਾਵਾਂਗੇ ਤੇ ਜਿਹੜੇ ਕੇਸ ਨੇ ਬੜੇ ਭਿਆਨਕ ਹੋ ਜਾਣਗੇ, ਖੁਸ਼ਕ ਹੋ ਜਾਣਗੇ, ਆਪਸ ਦੇ ਅੰਦਰ ਉਲਝ ਜਾਣਗੇ। ਭਾਈ ਸਾਹਿਬ ਜੀ ਦੀ ਤੀਸਰੀ ਉਦਾਹਰਨ ਹੈ ਕਿ ਜਿਵੇਂ ਸੀਸਾ ਹੈ, ਸੀਸਾ ਬਹੁਤ ਗੰਦਾ ਹੋ ਚੁੱਕਿਆ ਹੈ, ਜਿਹਨੂੰ ਮਾਂਜਾਂਗੇ ਨਾ ਤੇ ਉਹਦੀ ਜਿਹੜੀ ਚਮਕ ਹੈ, ਦੇਖਣ ਦੀ ਜਿਹੜੀ ਸ਼ਕਤੀ ਹੈ, ਖਤਮ ਹੋ ਜਾਵੇਗੀ। ਭਾਈ ਸਾਹਿਬ ਜੀਆਂ ਦੀ ਚੌਥੀ ਉਦਾਹਰਨ ਹੈ ਕਿ ਜੇਕਰ ਕਿ ਵਰਖਾ ਨਾ ਪਵੇ, ਮੀਂਹ ਨਾ ਪਵੇ, ਜਿਹੜੀ ਖੇਤੀ ਹੈ ਉਹ ਖਤਮ ਹੋ ਜਾਵੇਗੀ ਤੇ ਪੈਸੇ ਜਿਹੜੇ ਨੇ ਉਹ ਪੈਦਾ ਨਹੀਂ ਹੋਣਗੇ, ਮਾਇਆ ਦੀ ਪ੍ਰਾਪਤੀ ਨਹੀਂ ਹੋਵੇਗੀ। ਤੇ ਭਾਈ ਸਾਹਿਬ ਜੀਆਂ ਦੀ ਪੰਜਵੀਂ ਉਦਾਹਰਨ ਹੈ, ਕਿਉਂਕਿ ਪਹਿਲਿਆਂ ਸਮਿਆਂ ਅੰਦਰ ਬਿਜਲੀ ਦਾ ਪ੍ਰਬੰਧ ਨਹੀਂ ਸੀ, ਲੋਕ ਜਿਹੜੇ ਸਨ ਮਿੱਟੀ ਦੇ ਦੀਵੇ ਹੋਇਆ ਕਰਦੇ ਸਨ। ਸਮੇਂ ਦੇ ਅਨੁਸਾਰ ਫਿਰ ਉਹ ਡੀਜ਼ਲ ਦੇ ਦੀਵੇ ਆ ਗਏ, ਮਿੱਟੀ ਦੇ ਤੇਲ ਦੀਆਂ ਲੰਪਾਂ ਆ ਗਈਆਂ। ਭਾਈ ਸਾਹਿਬ ਕਹਿੰਦੇ ਜੇ ਘਰ ਦੇ ਵਿੱਚ ਦੀਵਾ ਨਹੀਂ ਜਗ ਰਿਹਾ ਤੇ ਉਸ ਘਰ ਦੇ ਅੰਦਰ ਅੰਧੇਰਾ ਹੋ ਜਾਂਦਾ ਹੈ। ਛੇਵੀਂ ਉਦਾਹਰਨ, ਜੇ ਸਬਜ਼ੀ ਤਿਆਰ ਹੋਈ ਉਹਦੇ ਵਿੱਚ ਲੂਣ ਨਹੀਂ, ਘਿਓ ਨਹੀਂ, ਉਹ ਸਾਰੀ ਦੀ ਸਾਰੀ ਸਬਜ਼ੀ ਇੱਕ ਸਮਾਨ ਹੈ। ਇਹ ਭਾਈ ਸਾਹਿਬ ਜੀ ਨੇ 6 ਉਦਾਹਰਨਾਂ ਦਿੱਤੀਆਂ ਨੇ। ਅੱਗੇ 7ਵੀਂ ਤੇ 8ਵੀਂ ਉਦਾਹਰਨ ਦੇ ਵਿੱਚ ਸਮਝਾਉਂਦੇ ਨੇ ਕਿ ਭਾਈ ਗੁਰੂ ਕੀ ਸੰਗਤ ਤੋਂ ਬਿਨਾਂ ਜਨਮ ਤੇ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਖਤਮ ਨਹੀਂ ਹੁੰਦਾ। ਜਿੰਨਾ ਚਿਰ ਮਨੁੱਖ ਦੇ ਅੰਦਰ ਭਰਮ ਹੈ, ਡਰ ਹੈ, ਉਹਨਾਂ ਚਿਰ ਗੁਰੂ ਦਾ ਗਿਆਨ ਨਹੀਂ ਹੁੰਦਾ। ਗਿਆਨ ਪਿਆ, ਜਦੋਂ ਗਿਆਨ ਦੀ ਪੈਦਾਸ਼ ਹੋ ਗਈ, ਅਗਿਆਨ ਖਤਮ ਹੋ ਜਾਂਦਾ ਹੈ। ਭਾਈ ਸਾਹਿਬ ਜੀ ਦੇ ਬਚਨ ਨੇ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੋਲ ਬਿਨ ਤੇਲ ਮੈਲੇ ਬਿਨ ਕਿਸ ਹੂੰ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਣ ਜੋਤਹੀਨ, ਬਰਖਾ ਜੈਸੇ ਬਿਨ ਦੀਪਕ, बरखा बिहून जैसे खेत में न धान है। जैसे बिन दीपक भवन अंधकार होत, लोने कृत बिन जैसे भोजन समान है। तैसे बिन साध संगत जन्म मरण दुख मिटंत ना, पै भरम बिन गुर ज्ञान है। जिन्ना चिर भरम है, पैम है, उन्ना चिर कुछ नहीं होगा। जे भरम खत्म हो गया तो गुरु का ज्ञान जिहड़ा है पैदा हो जाता है। ते गरीब नवाज कहते कुंभे बद्दा जर रहे, जल बिन कुंभ ना होए, ज्ञान का बद्दा मन रहे, गुरु बिन ज्ञान ना होए। गुरु तो बिना ज्ञान नहीं, गुरु तो बिना कुछ भी नहीं। ते गरीब नवाज कहते एक मन एक चित पाए भाई, एक मन चित होके उस अकाल पुरख वाहिगुरु नूं प्रेम दे सहित भाई आराधना कर, चिते कर। हर कीया सदा सदा वडियाईया। उस अकाल पुरख वाहिगुरु जी दियां सदा नाम हमेशा हमेशा ही वडियाईयां नाम पाई उहदी शोभा हो रही है। निरंकार अकाल पुरख वाहिगुरु जी दी जिस वक्त तो यह धरती होंद विच आई है जां होंद विच नहीं सी आई, उदों भी अकाल पुरख वाहिगुरु की वडियाई हो रही है। फिर अकाल पुरख इहो जे ने जिहड़ी उहदी वडियाई करदे ने, उन्हां नूं मान भी बख्शदे ने, वडियाईयां भी बख्शदे ने। दे ना पछोताए, मान बख्श करके, वडियाईयां बख्श करके
ਦੁਨੀਆ ਦਾ ਰਾਜ ਭਾਗ ਬਖਸ਼ ਕਰਕੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਪਛਤਾਤਾਪ ਨਹੀਂ ਕਰਦੇ। ਸੰਸਾਰੀ ਮਨੁੱਖ ਨੇ ਜੇ ਕਿਤੇ ਗਰੀਬ ਤੇ ਪਰਉਪਕਾਰ ਕਰ ਵੀ ਦੇਣ ਨਾ, ਤੇ ਜਿੰਨਾ ਚਿਰ ਸਪੀਕਰ ਅੰਦਰ ਬੋਲਿਆ ਨਾ ਜਾਵੇ, ਅਖਬਾਰਾਂ ਦੇ ਵਿੱਚ ਨਾ ਲੱਗਿਆ ਜਾਵੇ, ਅਖਬਾਰ ਦੇ ਅੰਦਰ ਤੇ ਨਾ ਮੀਡੀਆ ਦੇ ਵਿੱਚ ਆਵੇ, ਉਹਨਾਂ ਚਿਰ ਦਾਨ ਦੇਣ ਵਾਲੇ ਨੂੰ ਸਵਾਦ ਨਹੀਂ ਆਉਂਦਾ। ਪਰ ਇਹ ਦਾਨ ਨਹੀਂ, ਇਹ ਵਡਿਆਈ ਦੀ ਭੁੱਖ ਹੈ। ਗਰੀਬ ਨਵਾਜ ਕਹਿੰਦੇ ਦਾਨ ਉਹ ਹੈ ਜੋ ਦਾਨ ਦੇ ਕਰਕੇ ਵੀ ਆਪਣੇ ਆਪ ਨੂੰ ਦੱਸਣਾ ਨਹੀਂ, ਕਿਸੇ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ। ਉਹ ਦਾਨ ਕਾਹਦਾ ਹੈ? ਗਰੀਬ ਤੇ ਗਰੀਬੀ ਹੈ, ਥੋੜਾ ਜਿਹਾ ਦਾਨ ਦੇ ਕਰਕੇ ਮੀਡੀਆ ਸੱਦ ਲੈਣਾ ਕਿ ਭਾਈ ਫਲਾਣੇ ਬੰਦੇ ਨੇ ਨਹੀਂ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛਤਾਏ। ਉਸ ਅਕਾਲ ਪੁਰਖ ਵਾਹਿਗੁਰੂ ਦਾ ਐਸਾ ਸੁਭਾਅ ਹੈ, ਉਹ ਮਾਨ ਵੀ ਬਖਸ਼ਦਾ ਹੈ, ਵਡਿਆਈਆਂ ਵੀ ਬਖਸ਼ਦਾ ਹੈ, ਬਖਸ਼ਣ ਤੋਂ ਬਾਅਦ ਕਦੀ ਵੀ ਪਛਤਾਤਾਪ ਨਹੀਂ ਕਰਦਾ ਹੈ। ਹਉ ਹਰ ਕੈ ਸਾਧ ਬਲਿਹਾਰਨੈ। ਗਰੀਬ ਨਵਾਜ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਅਸੀਂ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਵਾਰਨੇ ਬਲਿਹਾਰਨੇ ਲਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਜਿਤ ਸੇਵਿਐ ਸੁਖ ਪਾਏ। ਕਿਉਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ? ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸੁਖ ਪਾਏ, ਜੀਵ ਨੂੰ ਸੁਖ ਮਿਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਵਡੇਪੇ ਦੀ ਅਵਸਥਾ ਅੰਦਰ ਸੇਵਾ ਕੀਤੀ ਹੈ। 12 ਸਾਲ ਗਰੀਬ ਨਵਾਜ ਨੇ ਗਾਗਰ ਢੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰ ਦੇ ਸੇਵਕ ਬਣ ਕੇ ਰਹੇ ਨੇ। ਕਦੀ ਹੰਕਾਰ ਨਹੀਂ, ਕਦੀ ਮਾਨ ਨਹੀਂ। ਤੇ ਗਰੀਬ ਨਵਾਜ ਕਹਿੰਦੇ ਜੋ ਆਪਸ ਕੋ ਜੋ ਜਾਣੈ ਨੀਚਾ, ਸੋਈ ਗਨੀਐ ਸਭ ਤੇ ਉੱਚਾ। ਕਦੀ ਹੰਕਾਰ ਨਹੀਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਉੱਠ ਕਰਕੇ ਤਖਤ ਤੇ ਸੁਭਾਈਮਾਨ ਕਰ ਦਿੰਦੇ ਨੇ। ਇੱਕ ਬੜੀ ਸੁੰਦਰ ਉਦਾਹਰਣ ਹੈ। ਇੱਕ ਵਿਚਾਰਾ ਗਰੀਬ ਕਿਸੇ ਨਗਰ ਦੇ ਅੰਦਰ ਝਾੜੂ ਦਿੰਦਾ ਹੈ। ਜਿਹਦੇ ਵੀ ਬਾਰ ਮੂਹਰੇ ਝਾੜੂ ਦਿੰਦਾ ਹੈ, ਉਹਨਾਂ ਤੋਂ ਪ੍ਰਸ਼ਾਦਾ ਲੈਂਦਾ ਹੈ, ਆਪ ਛਕਦਾ ਹੈ, ਪਰਿਵਾਰ ਨੂੰ ਛਕਾਉਂਦਾ ਹੈ। ਗਰੀਬੀ ਬਹੁਤ ਹੈ। ਕਿਸੇ ਧਨਾੜ ਨੇ ਵੇਖਿਆ ਹੈ ਕਿ ਵਿਚਾਰਾ ਗਰੀਬ ਹੈ, ਚਲੋ ਗਰੀਬ ਦੀ ਮਦਦ ਕੀਤੀ ਜਾਵੇ। ਜਿਹੜੀ ਜਗ੍ਹਾ ਤੇ ਉਹ ਝਾੜੂ ਦਿੰਦਾ ਹੈ, ਉਹਦੇ ਕੋਲ ਉਸਨੇ ਰਤਨ ਰੱਖਿਆ ਹੈ, ਬੜਾ ਕੀਮਤੀ। ਉਸ ਗਰੀਬ ਨੇ ਉਹ ਰਤਨ ਚੱਕਿਆ ਹੈ, ਵੇਚਿਆ ਹੈ, ਬਹੁਤ ਧਨਾੜ ਬਣ ਗਿਆ ਹੈ, ਅਮੀਰ ਹੋ ਗਿਆ ਹੈ। ਕੁਝ ਕੁ ਸਮਾਂ ਬਤੀਤ ਹੋਇਆ, ਉਸੇ ਤਰ੍ਹਾਂ ਫਿਰ ਬੁੱਕਰ ਮਾਰ ਰਿਹਾ ਹੈ। ਜਿਸ ਧਨਾੜ ਨੇ ਰਤਨ ਰੱਖਿਆ ਪੁੱਛਦਾ ਹੈ, ਭਾਈ ਇੱਥੇ ਰਤਨ ਪਿਆ ਸੀ? ਕਹਿਣ ਲੱਗਾ ਪਿਆ ਸੀ। ਧਨਾੜ ਉਸ ਗਰੀਬ ਨੂੰ ਪੁੱਛਦਾ ਹੈ, ਤੂੰ ਅਮੀਰ ਕਿਉਂ ਨਹੀਂ ਹੋਇਆ? ਕਹਿਣ ਲੱਗਾ ਮੈਂ ਅਮੀਰ ਵੀ ਬਹੁਤ ਹੋ ਗਿਆ। ਬੇਨਤੀ ਨੂੰ ਧਿਆਨ ਨਾਲ ਸੁਣਨਾ। ਕਹਿਣ ਲੱਗਾ ਗਰੀਬ ਧਨਾੜ ਨੂੰ ਜਿਸਨੇ ਰਤਨ ਰੱਖਿਆ ਸੀ, ਕਹਿਣ ਲੱਗਾ ਮੈਂ ਬਹੁਤ ਮਾਲੋ ਮਾਲ ਹਾਂ, ਮੈਨੂੰ ਕਿਸੇ ਪਦਾਰਥ ਦੀ ਕਮੀ ਨਹੀਂ। ਧਨਾੜ ਕਹਿਣ ਲੱਗਾ ਤੂੰ ਕਿਉਂ ਫਿਰ ਇਹ ਬੋਕਰ ਮਾਰਦਾ ਹਾਂ? ਗਰੀਬ ਕਹਿਣ ਲੱਗਾ ਜਿਸ ਬੋਕਰ ਨੇ ਮੈਨੂੰ ਮਾਲੋ ਮਾਲ ਕੀਤਾ, ਗਰੀਬ ਤੋਂ ਅਮੀਰ ਕੀਤਾ, ਇਸ ਬੋਕਰ ਨੂੰ ਮੈਂ ਨਹੀਂ ਛੱਡਾਂਗਾ। ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਮਹਾਰਾਜ ਸਾਨੂੰ ਸਮਝਾਉਂਦੇ ਨੇ। ਸਿੱਖਾ ਤੇਰੇ ਤੇ ਦੁੱਖ ਆ ਜਾਵੇ ਤਾਂ ਵੀ ਤੂੰ ਬਾਣੀ ਨੂੰ ਨਾ ਛੱਡੀ, ਸਿਮਰਨ ਨੂੰ ਨਾ ਛੱਡੀ, ਸੇਵਾ ਨੂੰ ਨਾ ਛੱਡੀ। ਤੂੰ ਧਨਾੜ ਬਣ ਜਾਵੇ, ਬਹੁਤ ਵੱਡਾ ਤਖਤਾਂ ਦਾ ਰਾਜਾ ਬਣ ਜਾਵੇ, ਮਾਲਕ ਬਣ ਜਾਵੇ, ਪਰ ਗੁਰੂ ਤੈਨੂੰ ਉਦੋਂ ਵੀ ਨਾ ਵਿਸਰੇ। ਇੱਕ ਸਮਾਂ ਸੀ, ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਰਾਜ ਸਿੱਖ ਧਰਮ ਦੇ ਵਿੱਚ ਜੇ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਿਹਾ। ਜਾ ਰਹੇ ਸਨ,
ਕੀ ਵੇਖਦੇ ਨੇ? ਕੱਚਾ ਜਿਹਾ ਕੋਠਾ ਹੈ, ਉਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਮਹਾਰਾਜਾ ਰਣਜੀਤ ਸਿੰਘ ਆਪ ਘੋੜਾ ਰੋਕਦੇ ਨੇ। ਉਹ ਸਿੰਘ ਨੂੰ ਪੁੱਛਦੇ ਨੇ, ਭਾਈ ਪਹਿਰੇ ਬੜੇ ਮਸਤਾਨੇ ਨੇ। ਕਹਿਣ ਲੱਗਾ, ਰਾਜਾ ਸਾਹਿਬ ਜੀ, ਆਮਦਨ ਕੋਈ ਬਹੁਤੀ ਨਹੀਂ ਹੈ, ਜਿੰਨਾ ਕੋਈ ਭੇਟਾ ਆਉਂਦੀ ਮੈਂ ਤੇਲ ਪਾ ਕੇ ਦੀਵਾ ਜਗਾ ਦਿੰਦਾ ਹਾਂ। ਕਿੰਨਾ ਉਸ ਦੇ ਅੰਦਰ ਦਰਦ ਸੀ ਗੁਰੂ ਗ੍ਰੰਥ ਸਾਹਿਬ ਦਾ, ਅਦਬ ਤੇ ਸਤਿਕਾਰ ਸੀ। ਅਸੀਂ ਕਲਗੀਧਰ ਮਹਾਰਾਜ ਦੇ ਬਚਨਾਂ ਨੂੰ ਛੱਡ ਦਿੱਤਾ ਹੈ। ਜਬਰ ਖਾਲਸਾ ਰਹਿ ਨਿਆਰਾ, ਤਬ ਲਗ ਤੇਗ ਦਿਓ ਮੈਂ ਸਾਰਾ। ਜਬ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ, ਜਿੰਨਾ ਚਿਰ ਮੇਰਾ ਖਾਲਸਾ ਨਿਆਰਾ ਰਹੇਗਾ, ਰਹਿਤ ਵਿੱਚ ਪਰਪੱਖ ਰਹੇਗਾ, ਮੈਂ ਸਭ ਕੁਝ ਦੇ ਦੇਵਾਂਗਾ। ਪਰ ਜੇ ਗੁਰੂ ਨੂੰ ਛੱਡ ਦਿੱਤਾ, ਗੁਰੂ ਦਾ ਸਤਿਕਾਰ ਛੱਡ ਦਿੱਤਾ, ਤੇ ਕਿੱਥੇ ਲੇਖਾ ਦੇਵਾਂਗੇ। ਮਹਾਰਾਜਾ ਰਣਜੀਤ ਸਿੰਘ ਹੁਣਾਂ ਨੇ ਉਹ ਗ੍ਰੰਥੀ ਸਿੰਘ ਨੂੰ ਕਿਹਾ, ਭਾਈ ਘੋੜੇ ਤੇ ਬੈਠ, ਜਿੱਥੋਂ ਤੱਕ ਵੀ ਗੇੜਾ ਕੱਢ ਆਵੇਂਗਾ ਉਨੀ ਜ਼ਮੀਨ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਲਵਾਵਾਂਗਾ। ਐਸੀ ਵੀ ਰਾਜੇ ਸਿੱਖ ਧਰਮ ਦੇ ਵਿੱਚ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਿਹੜੀ ਸੋਨੇ ਦੀ ਸੇਵਾ ਕੀਤੀ ਹੈ ਨਾ, ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿੱਥੋਂ ਤੱਕ ਗ੍ਰੰਥੀ ਸਿੰਘ ਨੇ ਗੇੜਾ ਕੱਢਿਆ, ਉਹ ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਨਾਲ ਅੱਜ ਵੀ ਬੋਲਦੀ ਪਈ ਹੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸੇਵਾ ਕਰਕੇ ਹੀ ਮਾਣ ਮਿਲਦਾ ਹੈ। ਇੱਕ ਸੇਵਾ ਹੁੰਦੀ ਦੇਖਾ ਦੇਖੀ ਦੀ, ਕਿ ਦੁਨੀਆ ਦੇ ਲੋਕ ਵੇਖਣ, ਭਾਈ ਫਲਾਣਾ ਬੜੀ ਸੇਵਾ ਕਰਦਾ ਹੈ, ਉਸ ਨੂੰ ਵੇਖ ਕੇ ਉਸਨੇ ਝਾੜੂ ਚੱਕ ਲੈਣਾ, ਉਹ ਸੇਵਾ ਨਹੀਂ। ਇੱਕ ਸੇਵਾ ਅੰਦਰ ਹੁੰਦੀ ਡਿਮਾਂਡ, ਕਿ ਮੈਨੂੰ ਮਹਾਰਾਜ ਇਸ ਚੀਜ਼ ਦੀ ਪ੍ਰਾਪਤੀ ਹੋ ਜਾਵੇ। ਇੱਕ ਸੇਵਾ ਹੁੰਦੀ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ, ਜਿਹਦੇ ਵਿੱਚ ਕੋਈ ਕਾਮਨਾ ਨਾ ਹੋਵੇ, ਕੋਈ ਡਿਮਾਂਡ ਨਾ ਹੋਵੇ। ਸਾਡੀ ਕਾਮਨਾ ਤੇ ਇੱਥੋਂ ਤੱਕ ਰਹਿ ਗਈ ਕਿ ਜੇ ਤੇ ਮਹਾਰਾਜ ਨੇ ਮੇਰੇ ਬੱਚੇ ਦਾ ਵੀਜ਼ਾ ਲਵਾਤਾ ਤੇ ਗੁਰੂ ਘਰ ਜਾਵਾਂਗਾ, ਨਹੀਂ ਤੇ ਨਹੀਂ ਜਾਵਾਂਗਾ। ਨਹੀਂ ਸਿੱਖਾ, ਭੁਲੇਖਾ ਹੈ ਤੈਨੂੰ। ਗੁਰੂ ਸਮਰੱਥ ਹੈ। ਇਸ ਧਰਤੀ ਤੇ ਕੋਈ ਵੀ ਆਵੇ ਤੇ ਮਹਾਰਾਜ ਤੇ ਉਹਦੀ ਵੀ ਫਰਿਆਦ ਸੁਣਦਾ ਹੈ। ਇਨਸਾਨ ਦੇ ਅੰਦਰ ਫਰਕ ਹੋ ਸਕਦਾ ਹੈ, ਪਰ ਗੁਰੂ ਦੇ ਅੰਦਰ ਨਹੀਂ। ਇੱਥੇ ਭਾਵੇਂ ਕਿਸੇ ਵੀ ਮਜ਼ਹਬ ਦੇ ਅੰਦਰੋਂ ਕੋਈ ਵੀ ਆ ਕੇ ਅਰਦਾਸ ਕਰੇ ਤੇ ਮਹਾਰਾਜ ਉਹਦੀ ਵੀ ਅਰਦਾਸ ਨੂੰ ਸੁਣਦਾ ਹੈ। ਪਰ ਸਭ ਤੋਂ ਵੱਡੀ ਗੱਲ ਹੈ ਭਾਵਨਾ ਦੀ, ਸ਼ਰਧਾ ਦੀ। ਜੇ ਸ਼ਰਧਾ ਦੇ ਸਹਿਤ ਕੀਤੀ ਹੋਈ ਸੇਵਾ, ਮਹਾਰਾਜ ਕਹਿੰਦੇ ਪ੍ਰਵਾਨੋ ਹੁੰਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਨੂੰ ਸਿੱਖਾਂ ਨੇ ਬੇਨਤੀ ਕੀਤੀ, ਭਾਈ ਸਾਹਿਬ ਜੀ, ਤੁਹਾਡੇ ਤੇ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਹਾਰਾਜ ਜੀ ਨੇ ਇੱਕ ਜਿੰਦਰਾ ਹੈ ਨਾ, ਜਿੰਦਰਾ ਜਿਵੇਂ, ਉਹਦਾ ਦਰਜਾ ਦਿੱਤਾ ਹੋਇਆ ਹੈ। ਤੁਹਾਡੀਆਂ ਜਿਹੜੀਆਂ ਵਾਰਾਂ ਨੇ, ਉਹਨਾਂ ਨੂੰ ਚਾਬੀਆਂ ਦੇ ਖਿਤਾਬ ਮਿਲਿਆ ਹੋਇਆ ਹੈ। ਤੇ ਸਾਨੂੰ ਇਹ ਦੱਸੋ ਕਿ ਬੜੇ ਲੋਕ, ਬੜੇ ਸਿੱਖ ਜਿਹੜੇ ਨੇ ਸੇਵਾ ਕਰਦੇ ਨਜ਼ਰ ਆਉਂਦੇ ਨੇ, ਕਿ ਮਹਾਰਾਜ ਉਹਨਾਂ ਦੀ, ਭਾਈ ਸਾਹਿਬ ਜੀ ਉਹਨਾਂ ਦੀ ਸੇਵਾ ਪ੍ਰਵਾਨ ਹੈ। ਭਾਈ ਗੁਰਦਾਸ ਨੇ ਉੱਥੇ ਕਮਾਲ ਦੇ ਬਚਨ ਵਰਤੇ। ਭਾਈ ਸਾਹਿਬ ਕਹਿੰਦੇ, ਕਰਕੇ ਨੀਚ ਸਦਾਵਨਾ ਤਬ ਲੇਖੇ ਅੰਦਰ ਆਈ, ਕਲਯੁਗ ਨਾਵੇ ਕੀ ਵਡਿਆਈ। ਜਿਹੜੇ ਸੇਵਾ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ, ਗੁਰੂ ਕੀ ਸੰਗਤ ਵੀ ਕਰਦੇ ਨੇ, ਦਾਨ ਵੀ ਕਰਦੇ ਨੇ, ਜਿਨ੍ਹਾਂ ਦੇ ਵਿੱਚ ਨਿਮਰਤਾ ਹੈ, ਪ੍ਰੇਮ ਹੈ, ਉਹਨਾਂ ਦੀ ਬਾਣੀ, ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ, ਉਹਨਾਂ ਦਾ ਸਿਮਰਨ ਕੀਤਾ ਹੋਇਆ ਨਿਰੰਕਾਰ ਦੇ ਘਰ ਵਿੱਚ ਪ੍ਰਵਾਨ ਹੈ। ਜਿਤ ਸੇਵਿਆ ਸੁਖ ਪਾਏ। ਮਹਾਰਾਜ ਕਹਿੰਦੇ, ਭਾਈ ਐਸੀ ਸੇਵਾ, ਜਿਸ ਸੇਵਾ ਨੂੰ ਕਰਕੇ ਜੀਵ ਨੂੰ ਸੁਖ ਦੀ ਦਾਤ ਮਿਲਦੀ ਹੈ।
ਲੋਕ ਦੇ ਅੰਦਰ ਵੀ ਸੁਖ ਮਿਲਦਾ ਹੈ, ਪਰਲੋਕ ਦੇ ਅੰਦਰ ਵੀ ਸੁਖ ਮਿਲ ਜਾਂਦਾ ਹੈ। ਨਾਨਕ ਗੁਰਮੁਖ ਮਿਲ ਰਹਿ। ਤੇ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜੇ ਭਾਈ ਗੁਰੂ ਦੇ ਨਾਲ ਚੱਲਦੇ ਨੇ, ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਉਹ ਹੁਕਮ ਦੇ ਵਿੱਚ ਰਹਿਣ ਵਾਲੇ ਗੁਰੂ ਦੇ ਵਿੱਚ ਹੀ ਮਿਲ ਜਾਂਦੇ ਹਨ, ਅਪੇਧ ਹੋ ਜਾਂਦੇ ਹਨ। ਹਉਮੈ ਸ਼ਬਦ ਜਲਾਏ। ਤੇ ਗੁਰੂ ਜੀ ਦੇ ਸ਼ਬਦ ਦਾ ਅਭਿਆਸ ਕਰਦੇ ਹੋਏ ਹਉਮੈ ਨੂੰ ਜਿਹੜੇ ਭਾਈ ਜਲਾਏ ਨਾਮ ਉਹ ਸਾੜ ਦਿੰਦੇ ਨੇ, ਸਾਰੇ ਫੁਰਨਿਆਂ ਨੂੰ ਸਾੜ ਦਿੰਦੇ ਹਨ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪੇ ਸੇਵਾ ਲਾਇਨ। ਗਰੀਬ ਨਵਾਜ ਕਹਿੰਦੇ ਭਾਈ ਜਦੋਂ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਸੇਵਾ ਕਰਦਾ ਹੈ ਨਾ, ਤੇ ਨਾਲ ਬੇਨਤੀਆਂ ਕਰਦਾ ਹੈ ਕਿ ਮਹਾਰਾਜ ਮੇਰੇ ਵਿੱਚ ਕੋਈ ਸ਼ਮਤਾ ਨਹੀਂ, ਆਪੇ ਸੇਵਾ ਲਾਇਨ, ਆਪ ਹੀ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸੇਵਾ ਦੇ ਵਿੱਚ ਲਾਉਣਾ ਕਰੋ। ਆਪੇ ਬਖਸ਼ ਕਰੇ, ਆਪ ਹੀ ਮੇਰੇ ਤੇ ਭਾਈ ਬਖਸ਼ਿਸ਼ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸੇਵਾ ਦੇ ਵਿੱਚ, ਭਗਤੀ ਦੇ ਵਿੱਚ ਮਹਾਰਾਜ ਜੀ ਲਾਉਣਾ ਕਰੋ। ਸਭਨਾ ਕਾ ਮਾਂ ਪਿਓ ਆਪ ਹੈ। ਫਿਰ ਜੀਵ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਸੇਵਾ ਦੇ ਵਿੱਚ ਜੁਟ ਜਾਂਦਾ ਹੈ, ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਸਭਨਾ ਕਾ ਮਾਂ ਪਿਓ ਆਪ ਹੈ। ਫਿਰ ਇਹ ਪਤਾ ਲੱਗਦਾ ਹੈ ਕਿ ਕੁੱਲ ਕਾਇਨਾਤ ਦੇ ਅੰਦਰ, ਠੀਕ ਹੈ, ਸੰਸਾਰ ਅੰਦਰ ਮਾਂ ਤੇ ਬਾਪ ਹੀ ਨੇ, ਕਿਉਂਕਿ ਮਾਂ ਅਤੇ ਬਾਪ ਦੇ ਸੰਬੰਧ ਕਰਕੇ ਜੀਵ ਸੰਸਾਰ ਤੇ ਆਉਂਦਾ ਹੈ। ਪਰ ਇਹ ਸੰਸਾਰ ਦੇ ਜਿਹੜੇ ਮਾਂ-ਬਾਪ ਨੇ ਕੁਝ ਸਮੇਂ ਦੇ ਵਾਸਤੇ ਨੇ, ਜੀਵ ਕੁਝ ਸਮੇਂ ਦੇ ਵਾਸਤੇ ਨੇ। ਬੜੇ ਮਾਂ ਆਏ, ਬੜੇ ਬਾਪ ਆਏ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਕੀਤਿਆ ਕੇ ਬਾਪ ਕੀਤਿਆ ਕੇ ਚੇਲੇ ਹੋਏ। ਕਿੰਨੇ ਕੁ ਬਾਪ ਆਏ, ਕਿੰਨੇ ਕੁ ਬੇਟੇ ਆਏ, ਕਿੰਨੀਆਂ ਕੁ ਮਾਵਾਂ ਆਈਆਂ, ਸੰਸਾਰ ਤੋਂ ਚਲੀਆਂ ਗਈਆਂ। ਪਰ ਅਕਾਲ ਪੁਰਖ ਵਾਹਿਗੁਰੂ ਜੀ ਐਸੇ ਬਾਪ ਨੇ ਜੋ ਸਾਰਿਆਂ ਦੇ ਬਾਪ ਨੇ, ਹਮੇਸ਼ਾ ਰਹਿਣ ਵਾਲੇ ਨੇ। ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਵੀ ਆਪ ਹੈ ਤੇ ਪਿਓ ਵੀ ਆਪ ਹੈ। ਆਪੇ ਸਾਰ ਕਰੇ, ਸਾਰ ਕਹਿੰਦੇ ਨੇ ਸੰਭਾਲ ਨੂੰ, ਤੇ ਸਾਰਿਆਂ ਦੀ ਜਿਹੜੀ ਸੰਭਾਲ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰਦੇ ਹਨ। ਨਾਨਕ ਨਾਮ ਧਿਆਇਨ। ਤੇ ਗਰੀਬ ਨਵਾਜ ਕਹਿੰਦੇ ਫਿਰ ਉਹ ਗੁਰੂ ਕੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਹਨ। ਤਿੰਨ ਨਿਜ ਘਰ ਵਾਸ ਹੈ। ਨਾਮ ਨੂੰ ਧਿਆਉਣ ਕਰਕੇ ਨਿੱਜੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਜੁਗ ਜੁਗ ਸੋਭਾ ਹੋਏ। ਗਰੀਬ ਨਵਾਜ ਕਹਿੰਦੇ ਭਾਵੇਂ 4 ਯੁੱਗਾਂ ਦੇ ਵਿੱਚੋਂ ਕੋਈ ਵੀ ਯੁੱਗ ਹੋਵੇ, ਉਹ ਨਾਮ ਜਪਣ ਵਾਲੇ ਗੁਰੂ ਕੇ ਪਿਆਰਿਆਂ ਦੀ ਸੋਭਾ ਨਾਮ ਹੁੰਦਾ ਹੈ, ਸੋਏ ਨਾਮ ਹੁੰਦਾ ਹੈ ਵਡਿਆਈ ਦਾ, ਸੋਭਾ ਨਾਮ ਹੁੰਦਾ ਹੈ ਉਸਤਤ ਦਾ, ਮਹਿਮਾ ਦਾ। ਉਹਨਾਂ ਗੁਰੂ ਕੇ ਪਿਆਰਿਆਂ ਦੀ ਜੁਗਾਂ ਜੁਗੰਤਰਾਂ ਅੰਦਰ ਪਾਈ ਵਡਿਆਈ ਹੁੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਪੌੜੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਕੰਮਾਂ ਨੂੰ ਕਰਨ ਵਾਲੇ ਨੇ। ਕਰਤੇ ਕਿਉਂਕਿ ਉਹ ਸੰਸਾਰ ਦੇ ਕਰਤਾ ਰੂਪ ਨੇ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਨੇ, ਜੀਵਾਂ ਨੂੰ ਪੈਦਾ ਕਰਨ ਵਾਲੇ ਨੇ, ਬਨਸਪਤੀ ਨੂੰ ਪੈਦਾ ਕਰਨ ਵਾਲੇ, ਖੰਡਾਂ ਬ੍ਰਹਿਮੰਡਾਂ ਨੂੰ ਪੈਦਾ ਕਰਨ ਵਾਲੇ ਨੇ। ਸਾਰੇ ਹੀ ਕੰਮਾਂ ਨੂੰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਹਨ। ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਵਾਹਿਗੁਰੂ ਜੀ ਮੈਨੂੰ ਆਪ ਜੀ ਤੋਂ ਬਿਨਾ ਹੋਰ ਕਿਸੇ ਦੀ ਪਰਵਾਹ ਨਹੀਂ। ਮੈਂ ਤੁਝ ਬਿਨ ਅਵਰ ਨਾ ਕੋਈ, ਮੇਰਾ ਆਪ ਜੀ ਤੋਂ ਬਿਨਾ ਹੈ ਵਾਹਿਗੁਰੂ ਜੀ ਹੋਰ ਕੋਈ ਹੈ ਹੀ ਨਹੀਂ ਹੈ। ਤੁਧ ਆਪੇ ਸ੍ਰੇਸ਼ਟ ਸਿਰਜੀਆ। ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਧ ਨਾਮ ਹੁੰਦਾ ਹੈ ਆਪ ਜੀ ਦਾ। ਆਪ ਜੀ ਨੇ ਹੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਸਿਰਜਿਆ ਨਾਮ ਪੈਦਾ ਕੀਤੀ ਹੈ। ਆਪੇ ਫੁਨ ਗੋਈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿੱਥੇ ਆਪ ਜੀ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਜੀਵ ਪੈਦਾ ਕੀਤੇ। ਫੁਨ ਨਾਮ ਹੁੰਦਾ ਹੈ ਫੇਰ ਦਾ, ਗੋਈ ਨਾਮ ਹੁੰਦਾ ਹੈ ਗੁਪਤ ਦਾ, ਖਤਮ ਕਰਨ ਦਾ। ਫਿਰ ਆਪ ਜੀ ਦਾ ਹੁਕਮ ਹੋਇਆ ਤੇ ਸਾਰੀ ਜਿਹੜੀ ਸ੍ਰਿਸ਼ਟੀ ਸੀ, ਲੋਕ ਸਨ, ਸਾਰੇ ਆਪ ਜੀ ਨੇ ਖਤਮ ਕਰ ਦਿੱਤੇ। ਸਭ ਏਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਗਰੀਬ ਨਵਾਜ ਕਹਿੰਦੇ ਵਰਤ ਦਾ ਨਾਮ ਹੁੰਦਾ ਹੈ ਵਰਤਨ ਦਾ, ਸ਼ਬਦ ਨਾਮ ਹੈ ਹੁਕਮ ਦਾ। ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਹੁਕਮ ਜਿਹੜਾ ਹੈ ਭਾਈ ਉਹ ਵਰਤ ਰਿਹਾ ਹੈ। ਜੋ ਕਰੇ ਸੋ ਹੋਈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ ਉਹੀ ਹੁੰਦਾ ਹੈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗਰੀਬ ਨਵਾਜ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ, ਗੁਰੂ ਦੀ ਆਗਿਆ ਵਿੱਚ ਰਹਿਣ ਵਾਲੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਮਾਨ ਬਖਸ਼ਦੇ ਨੇ, ਵਡਿਆਈਆਂ ਬਖਸ਼ਦੇ ਨੇ। ਹਰ ਪਾਵੈ ਸੋਈ, ਜਿਨ੍ਹਾਂ ਨੂੰ ਮਾਨ ਬਖਸ਼ਦੇ ਨੇ ਭਾਈ ਉਹੀ ਵਾਹਿਗੁਰੂ ਦੇ ਘਰ ਵਿੱਚੋਂ ਮਾਨ ਆਦਰ ਵਡਿਆਈਆਂ ਪਾਉਂਦੇ ਹਨ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ। ਗਰੀਬ ਨਵਾਜ ਕਹਿੰਦੇ ਭਾਈ ਗੁਰਮੁਖ ਨਾਨਕ ਆਰਾਧਿਆ,
ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ, ਪਿਆਰ ਵਾਲੀ ਸੰਗਤ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਰੱਦ ਨਾ ਕੀਤਾ ਹੈ। ਧੰਨ 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 ਗੁਰ ਸੋਈ। ਭਈ ਐਸਾ ਜਿਹੜਾ ਗੁਰੂ ਹੈ ਉਹ ਤਨਤਾ ਦੇ ਯੋਗ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਭਾਈ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਆਖੋ ਨਾਮ ਕਹਿਣਾ ਕਰੋ। ਤੇ ਸੁਧ ਤੋਂ ਭਾਵ ਹੈ ਕਿ ਸਾਰੀ ਜਿਹੜੀ ਵਾਰ ਹੈ, ਮਹੱਲੇ ਨੇ, ਪੌੜੀਆਂ ਨੇ ਜਾਂ ਲਗਾ ਮਾਤਰਾ ਹੈ, ਇਹ ਮਹਾਰਾਜ ਕਹਿੰਦੇ ਭਾਈ ਸੁਧ ਹੈ। ਅੱਜ ਕੱਲ ਦੇ ਬੜੇ ਚੁੰਚ ਗਿਆਨੀ ਉੱਠੇ ਨੇ ਕਿ ਭਾਈ ਮਹਾਰਾਜ ਨੇ ਆ ਬਾਣੀ ਨਹੀਂ ਲਿਖੀ, ਆ ਇਤਿਹਾਸ ਗਲਤ ਹੈ। ਪਰ ਗਰੀਬ ਨਵਾਜ ਨੇ ਜਿਹੜੀ ਬਾਣੀ ਲਿਖ ਦਿੱਤੀ ਭਾਈ, ਉਹ ਜੁਗੋ ਜੁਗ ਅਟਲ ਹੈ, ਸਦੀਵੀ ਅਟਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਮਹਾਂਪੁਰਖਾਂ ਦੇ ਸਥਾਨਾਂ ਤੇ ਤਕਰੀਬਨ 9 ਵਜੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜੇ ਵੱਡਾ ਵਰਨਾ ਕੋਏ ਤੁਰਕੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੇ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਤਕਰੀਬਨ 8 ਵਜੇ ਪਾਏ ਜਾਣਗੇ। 8 ਵਜੇ ਤੋਂ ਲੈ ਕੇ 8:30 ਵਜੇ ਤੱਕ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਹੋਵੇਗਾ। 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਕਥਾ ਵਿਚਾਰ ਹੋਵੇਗੀ। ਗੁਰੂ ਕੀਆਂ ਸੰਗਤਾਂ ਦੇ ਵਾਸਤੇ ਭਾਈ ਲੰਗਰ ਪਾਣੀ ਪਕਦਾ ਹੈ, ਆਪ ਸੰਗਤ ਨੂੰ ਪਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਜਿਨ੍ਹਾਂ ਨੇ ਭਾਈ ਅਜੇ ਤੱਕ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ